ਹੈਲੋ एवरीवन स्वागत करदा ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ। ਹਾਂਜੀ, ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ PSSB ਕਲਰਕ एग्जाम ਨੂੰ टारगेट रखते हुए पंजाबी व्याकरण ਦੇ ਨਾਲ ਰਿਲੇਟਡ ਮੌਕ ਟੈਸਟ ਕਵਰ ਕਰਾਂਗੇ। ਹਾਂਜੀ, ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਐਂਡ ਤੱਕ ਤੁਸੀਂ ਜ਼रूर देखना है क्योंकि ये वीडियो ਤੁਹਾਡੇ ਲਈ बहुत ही ज़्यादा हैल्पफुल साबित होने वाली है क्योंकि इस वीडियो ਦੇ ਵਿੱਚੋਂ डायरैक्ट एग्जाम 'ਚ प्रश्न पूछे जा सकते हैं। सो वीडियो ਨੂੰ शुरू ਕਰਨ ਤੋਂ ਪਹਿਲਾਂ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਤੁਸੀਂ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਐਂਡ ਲਾਸਟ 'ਤੇ ਤੁਸੀਂ ਸਾਰੇ ਵਿਦਿਆਰਥੀਆਂ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਮਾਰਕਸ ਜ਼ਰੂਰ ਮੈਂਸ਼ਨ ਕਰਨੇ ਹੋਣਗੇ। ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਆਪਣੇ ਸਾਹਮਣੇ ਪਹਿਲਾ ਪ੍ਰਸ਼ਨ ਦਿੱਤਾ ਗਿਆ ਹੈ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਇੱਕ ਹੋਠੀ ਵਿਅੰਜਨ ਨਹੀਂ ਹੈ। ਹੋਠੀ ਵਿਅੰਜਨ ਕਿਹੜੇ ਹੁੰਦੇ ਹਨ ਜਿਨ੍ਹਾਂ ਨੂੰ ਬੋਲਣ ਵੇਲੇ ਜਿਹੜੇ ਆਪਣੇ ਬੁੱਲ ਹੁੰਦੇ ਹਨ ਜਾਂ ਆਪਣੇ ਹੋਂਠ ਹੁੰਦੇ ਹਨ ਇੱਕ ਦੂਜੇ ਨੂੰ ਟਕਰਾਉਂਦੇ ਹਨ। ਤਾਂ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ। ਪੱਪਾ ਹੋ ਗਿਆ, ਇਹ ਆਪਣੇ ਕੋਲ ਹੋਠੀ ਵਿਅੰਜਨ ਹੈ। ਫੱਫਾ ਵੀ ਹੋਠੀ ਵਿਅੰਜਨ ਹੈ, ਮੰਮਾ ਵੀ। ਬਟ ਜਿਹੜਾ ਆਪਣੇ ਕੋਲ ਰਾਰਾ ਹੈ ਇਹ ਆਪਣੇ ਕੋਲ ਹੋਠੀ ਵਿਅੰਜਨ ਨਹੀਂ ਹੈ। ਡੀ ਬਿਲਕੁਲ ਸਹੀ ਉੱਤਰ ਹੋਵੇਗਾ ਰਾਰਾ। ਰਾਰਾ ਆਪਣੇ ਕੋਲ ਹੋਠੀ ਵਿਅੰਜਨ ਨਹੀਂ ਹੈ। ਡੀ ਆਪਣੇ ਕੋਲ ਸਹੀ ਆਂਸਰ ਹੋ ਜਾਵੇਗਾ। ਨੈਕਸਟ ਦੇਖਦੇ ਹਾਂ। ਹਾਂਜੀ, ਪੰਜਾਬੀ ਭਾਸ਼ਾ ਦੇ ਵਿੱਚ ਢਕਵੇਂ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ। ਸੋ ਇਹ ਪ੍ਰਸ਼ਨ ਮੈਂ ਤੁਹਾਨੂੰ ਇਸ ਚੈਨਲ 'ਤੇ ਬਹੁਤ ਵਾਰ ਕਰਾਇਆ ਹੋਇਆ ਹੈ। ਇਸ ਦਾ ਆਂਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਢਕਵੇਂ ਜਿਹੜੇ ਵਿਅੰਜਨ ਹਨ ਤਾਂ ਇਹਨਾਂ ਦੀ ਗਿਣਤੀ ਕਿੰਨੀ ਹੈ। ਆਪਸ਼ਨਾਂ ਤੁਹਾਡੇ ਸਾਹਮਣੇ ਹਨ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਸ਼ੁੱਧ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ ਆਂਸਰ ਹੋ ਜਾਵੇਗਾ 29। ਤੁਹਾਡੇ ਕੋਲ ਐਗਜ਼ਾਮ 'ਚ ਪ੍ਰਸ਼ਨ ਬਣ ਸਕਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਸ਼ੁੱਧ ਵਿਅੰਜਨ ਕਿੰਨੇ ਹਨ ਤਾਂ ਆਂਸਰ ਹੋ ਜਾਵੇਗਾ 29। ਨੈਕਸਟ ਆਪਾਂ ਦੇਖਦੇ ਹਾਂ ਜੀ, ਪੰਜਾਬੀ ਦੀ ਕਿਹੜੀ ਭਾਸ਼ਾ ਦੇ ਵਿੱਚ ਸਵਰ ਦੀ ਘੋਸ਼ਣਾ ਕੀਤੀ ਗਈ ਹੈ। ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਪੁਆਧੀ। ਹਾਂਜੀ, ਜਿਹੜੀ ਪੁਆਧੀ ਉਪ ਭਾਸ਼ਾ ਹੈ ਤਾਂ ਇਸ ਦੇ ਵਿੱਚ ਸਵਰ ਦੀ ਘੋਸ਼ਣਾ ਕੀਤੀ ਗਈ ਹੈ। ਬੀ ਬਿਲਕੁਲ ਸਹੀ ਆਂਸਰ ਬਣੇਗਾ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਪੁਆਧੀ ਉਪ ਭਾਸ਼ਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਮੋਹਾਲੀ ਵਾਲੀ ਸਾਈਡ ਦਾ ਪੂਰਬੀ ਹਿੱਸਾ ਹੈ ਤਾਂ ਇੱਧਰ ਵਾਲੀ ਸਾਈਡ ਬੋਲੀ ਜਾਂਦੀ ਹੈ ਪੁਆਧੀ ਉਪਭਾਸ਼ਾ। ਪਟਿਆਲੇ ਦਾ ਪੂਰਬੀ ਹਿੱਸਾ ਹੋ ਗਿਆ, ਸੰਗਰੂਰ ਦਾ, ਰੋਪੜ ਦਾ, ਖਰੜ ਹੋ ਗਿਆ, ਕੁਰਾਲੀ ਹੋ ਗਿਆ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪੁਆਧੀ ਉਪਭਾਸ਼ਾ ਬੋਲੀ ਜਾਂਦੀ ਹੈ। ਮਲਵਈ ਆਪਣੇ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਭਾਸ਼ਾ ਇਹ ਲਗਭਗ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ। ਦੁਆਬੀ ਜਿਹੜੀ ਉਪਭਾਸ਼ਾ ਇਹ 4 ਡਿਸਟ੍ਰਿਕਟ ਦੇ ਵਿੱਚ ਬੋਲੀ ਜਾਂਦੀ ਹੈ। ਡਿਸਟ੍ਰਿਕਟ ਤੁਹਾਨੂੰ ਪਤਾ ਹੋਣਗੇ, ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੋਇਆ ਹੈ। ਨੈਕਸਟ ਆਪਾਂ ਦੇਖਦੇ ਹਾਂ ਜੀ, ਪੰਜਾਬੀ ਭਾਸ਼ਾ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਪਹਿਲਾਂ ਕੀ ਆਉਂਦਾ ਹੈ। ਕਰਤਾ, ਕਰਮ, ਨਾਂਵ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਕਰਤਾ। ਹਾਂਜੀ, ਪੰਜਾਬੀ ਭਾਸ਼ਾ ਦੇ ਵਿੱਚ ਪਹਿਲਾਂ ਕੀ ਆਉਂਦਾ ਹੈ ਤਾਂ ਆਂਸਰ ਹੋ ਜਾਵੇ ਕਰਤਾ। ਇਹ ਬਿਲਕੁਲ ਸਹੀ ਆਂਸਰ ਬਣੇਗਾ। ਪੰਜਾਬੀ ਦੀ ਕਿਹੜੀ ਧੁਨੀ ਆਘੋਸ਼ ਮਾਂ ਪ੍ਰਾਣ ਹੈ। ਤਾਂ ਆਪਸ਼ਨ ਦੇ ਹਿਸਾਬ ਨਾਲ ਆਂਸਰ ਤੁਸੀਂ ਦੇਣਾ ਹੈ। ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਖੱਖਾ। ਹਾਂਜੀ, ਜਿਹੜੀ ਖੱਖਾ ਧੁਨੀ ਹੈ ਇਸ ਨੂੰ ਆਘੋਸ਼ ਮਾਂ ਪ੍ਰਾਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਆਪਣੇ ਕੋਲ ਹੋਰ ਐਗਜ਼ਾਮ 'ਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਫਟਕੜਵਾਂ ਵਿਅੰਜਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਂਸਰ ਹੋਵੇਗਾ ਹੜਾੜਾ। ਹਾਂਜੀ, ਜਿਹੜਾ ਹੜਾੜਾ ਵਿਅੰਜਨ ਹੈ ਇਸ ਨੂੰ ਫਟਕੜਵਾਂ ਵਿਅੰਜਨ ਵੀ ਕਿਹਾ ਜਾਂਦਾ ਹੈ। ਸੋ ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ਨ ਬਣਦਾ ਹੈ ਕਿ ਪੰਜਾਬੀ ਦੇ ਵਿੱਚ ਕੰਬਵਾਂ ਵਿਅੰਜਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਂਸਰ ਹੋ ਜਾਵੇਗਾ ਰਾਰਾ। ਰਾਰੇ ਨੂੰ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ ਤਾਂ ਇਸ ਨੂੰ ਕੰਬਵਾਂ ਵਿਅੰਜਨ ਵੀ ਕਿਹਾ ਜਾਂਦਾ ਹੈ। ਸੋ ਇਸ ਗੱਲ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਐਂਡ ਉਹ ਕਿਹੜੀ ਧੁਨੀ ਹੈ ਜਿਸ ਨੂੰ ਸੁਰ ਯੰਤਰੀ ਦਾ ਦਰਜਾ ਦਿੱਤਾ ਗਿਆ ਤਾਂ ਆਂਸਰ ਹੋ ਜਾਵੇਗਾ ਹਾਹਾ। ਹਾਂਜੀ, ਜਿਹੜੀ ਹਾਹਾ ਧੁਨੀ ਹੈ ਇਸ ਨੂੰ ਸੁਰ ਯੰਤਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਆਪਾਂ ਦੇਖਦੇ ਹਾਂ ਜੀ, ਪੰਜਾਬੀ ਭਾਸ਼ਾ ਦੀ ਕਿਹੜੀ ਭਾਸ਼ਾ ਜਨਮਦਾਤੀ ਮੰਨੀ ਜਾਂਦੀ ਹੈ। ਸਿੰਧੀ, ਅੰਗਰੇਜ਼ੀ, ਹਿੰਦੀ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ। ਹਾਂਜੀ, ਪੰਜਾਬੀ ਭਾਸ਼ਾ ਦੀ ਇਹ ਸਾਰੀਆਂ ਹੀ ਭਾਸ਼ਾਵਾਂ ਆਪਣੇ ਕੋਲ ਜਨਮਦਾਤੀਆਂ ਮੰਨੀਆਂ ਜਾਂਦੀਆਂ ਹਨ। ਸਿੰਧੀ ਵੀ, ਅੰਗਰੇਜ਼ੀ ਵੀ, ਹਿੰਦੀ ਵੀ। ਇਸ ਤੋਂ ਇਲਾਵਾ ਪਹਿਲਾਂ ਵੀ ਬਹੁਤ ਸਾਰੀਆਂ ਭਾਸ਼ਾਵਾਂ ਸਨ ਜਿਵੇਂ ਕਿ ਸੰਸਕ੍ਰਿਤ ਭਾਸ਼ਾ ਹੋ ਗਈ, ਬ੍ਰਹਮੀ ਹੋ ਗਈ ਭਾਸ਼ਾ। ਇਸ ਤੋਂ ਇਲਾਵਾ ਹੋਰ ਆਪਣੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਭਾਸ਼ਾਵਾਂ ਨੇ ਜਿਵੇਂ ਕਿ ਸ਼ਾਰਦਾ ਭਾਸ਼ਾ ਹੋ ਗਈ। ਤਾਂ ਸ਼ਾਰਦਾ ਲਿਪੀ ਸੀਗੀ ਤਾਂ ਇਹਨਾਂ ਭਾਸ਼ਾਵਾਂ ਤੋਂ ਆਪਣੀ ਪੰਜਾਬੀ ਜਿਹੜੀ ਉਹ ਭਾਸ਼ਾ ਹੈ ਇਹ ਜਨਮਦਾਤੀ ਮੰਨੀ ਜਾਂਦੀ ਹੈ। ਤਾਂ ਇੱਥੇ ਆਪਣੇ ਕੋਲ ਆਂਸਰ ਬਣੇਗਾ ਆਪਸ਼ਨ ਨੰਬਰ ਡੀ। ਪੰਜਾਬੀ ਭਾਸ਼ਾ ਦੀ ਪਹਿਲੀ ਗ੍ਰਾਮਰ ਕਿਸ ਨੇ ਲਿਖੀ ਸੀ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਵਿਲੀਅਮ ਕੈਰੀ ਨੇ। ਹਾਂਜੀ, ਪੰਜਾਬੀ ਭਾਸ਼ਾ ਦੀ ਜਿਹੜੀ ਪਹਿਲੀ ਗ੍ਰਾਮਰ ਹੈ ਇਹ ਵਿਲੀਅਮ ਕੈਰੀ ਨੇ ਲਿਖੀ ਸੀ। ਕਦੋਂ ਲਿਖੀ ਸੀ? 1812 ਦੇ ਵਿੱਚ।
सो डेट काफ़ी ज़्यादा महत्वपूर्ण है, डेट नूं भी तुसीं ध्यान दे विच रख सकते हो। गुरमुखी लिपि किस पुरातन लिपि दी उपज है? ब्रह्मी, संस्कृति, उर्दू जां हिंदी? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਬ੍ਰਹਮੀ। ਹਾਂਜੀ, ਗੁਰਮੁਖੀ ਲਿਪੀ ਜਿਹੜੀ ਹੈ ਇਹ ਕਿਸ ਪੁਰਾਤਨ ਲਿਪੀ ਤੇ ਉਪਜੀ ਹੈ? ਤਾਂ ਆਂਸਰ ਹੋ ਜਾਵੇਗਾ ਬ੍ਰਹਮੀ। ਇਹ ਬਿਲਕੁਲ ਸਹੀ ਆਂਸਰ ਬਣੇਗਾ। ਨਾਵਾਂ ਦੀ ਜਿਹੜੀਆਂ ਕਿਸਮਾਂ ਹਨ ਤਾਂ ਇਹ ਕਿੰਨੀਆਂ ਹਨ? ਯਾਨੀ ਕਿ ਨਾਮ ਦੀਆਂ ਕੁੱਲ ਕਿਸਮਾਂ ਕਿੰਨਾ ਹਨ? ਤਾਂ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਏ ਯਾਨੀ ਕਿ 5। ਨਾਮ ਦੀਆਂ ਕੁੱਲ ਕਿਸਮਾਂ ਹਨ 5। ਇਸ ਤੋਂ ਇਲਾਵਾ ਜੇਕਰ ਪੜਨਾਮ ਦੀ ਕੁੱਲ ਕਿਸਮਾਂ ਪੁੱਛੀਆਂ ਜਾਣ ਤਾਂ ਆਂਸਰ ਹੋ ਜਾਵੇਗਾ 6। ਵਿਸ਼ੇਸ਼ਣ ਦੀ ਕੁੱਲ ਕਿਸਮਾਂ ਪੁੱਛੀਆਂ ਜਾਣ ਤਾਂ ਆਂਸਰ ਹੋ ਜਾਵੇਗਾ 5। ਕਿਰਿਆ ਵਿਸ਼ੇਸ਼ਣ 8। ਕਾਰ ਦੰਤਕ ਜਿਹੜੇ ਹਨ ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ 4। ਹਾਂਜੀ, ਕਾਰ ਦੰਤਕ ਜਿਹੜੇ ਹਨ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਇਹ ਹੁੰਦੇ ਹਨ 4 ਪ੍ਰਕਾਰ ਦੇ। ਸੀ ਬਿਲਕੁਲ ਸਹੀ ਆਂਸਰ ਬਣੇਗਾ। ਕਿਹੜੀ ਧੁਨੀ ਹੁਣ ਪੈਰ ਦੇ ਵਿੱਚ ਬਹੁਤ ਹੀ ਘੱਟ ਪਾਈ ਜਾਂਦੀ ਹੈ? ਹਾਹਾ, ਰਾਰਾ, ਵੋਵਾ ਜਾਂ ਹੜਾੜਾ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਵੋਵਾ। ਹਾਂਜੀ, ਜਿਹੜੀ ਵੋਵਾ ਧੁਨੀ ਹੈ ਇਹ ਹੁਣ ਪੈਰ ਦੇ ਵਿੱਚ ਬਹੁਤ ਹੀ ਘੱਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਦੇ ਵਿੱਚ ਉਹਨਾਂ ਧੁਨੀਆਂ ਦੀ ਗਿਣਤੀ ਦੱਸੋ ਜਿਹੜੀਆਂ ਪੈਰ ਦੇ ਵਿੱਚ ਪਾਈਆਂ ਜਾਂਦੀਆਂ ਹਨ। ਤੁਹਾਡੇ ਕੋਲ ਐਗਜ਼ਾਮ 'ਚ ਪ੍ਰਸ਼ਨ ਬਣ ਸਕਦਾ ਹੈ ਤਾਂ ਆਂਸਰ ਹੋ ਜਾਵੇਗਾ 3। ਕਿਹੜੀ ਧੁਨੀਆਂ ਹਨ? ਇੱਕ ਹੋ ਗਈ ਹਾਹਾ, ਇੱਕ ਰਾਰਾ, ਇੱਕ ਵੋਵਾ। ਤਾਂ ਇਹਨਾਂ ਨੂੰ ਸੰਯੁਕਤ ਅੱਖਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਹੜੇ ਅੱਖਰ? ਸੰਯੁਕਤ ਅੱਖਰ ਐਂਡ ਜੁੜਵੇਂ ਅੱਖਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਪੈਰ ਦੇ ਵਿੱਚ ਪਾਏ ਜਾਂਦੇ ਹਨ, ਕਿਸੇ ਹੋਰ ਅੱਖਰ ਦੇ ਪੈਰ ਵਿੱਚ ਪਾਏ ਜਾਂਦੇ ਹਨ। ਬਟ ਜਿਹੜੀ ਵਾਵਾ ਧੁਨੀ ਹੈ ਜਾਂ ਵੋਵਾ ਧੁਨੀ ਹੈ ਤਾਂ ਇਸ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ। ਹਾਹਾ ਅਤੇ ਰਾਰਾ ਦੀ ਜਿਹੜੀ ਵਰਤੋਂ ਉਹ ਅੱਜ ਵੀ ਕੀਤੀ ਜਾਂਦੀ ਹੈ। ਜੇਕਰ ਆਪਾਂ ਜ਼ਿਲ੍ਹਾ ਪਾਉਂਦੇ ਹਾਂ ਤਾਂ ਆਪਣੇ ਕੋਲ ਇੱਦਾਂ ਕੁਛ ਜ਼ਿਲ੍ਹਾ ਪਵੇਗਾ ਜ਼ਿਲ੍ਹਾ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਨੀਚੇ ਆਹਾ ਪੈ ਚੁੱਕਿਆ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਪ੍ਰਾਪਤ ਪਾਉਂਦੇ ਹਾਂ ਪ੍ਰਾਪਤ ਤਾਂ ਪੈਰ ਦੇ ਵਿੱਚ ਰਾਰਾ ਪਵੇਗਾ ਪ੍ਰਾਪਤ। ਨੈਕਸਟ ਆਪਾਂ ਦੇਖਦੇ ਹਾਂ ਜੀ, ਭਾਸ਼ਾ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਸੋ ਇਸ ਪ੍ਰਸ਼ਨ ਦਾ ਤਾਂ ਆਂਸਰ ਹਰੇਕ ਵਿਦਿਆਰਥੀ ਨੂੰ ਪਤਾ ਲੱਗ ਗਿਆ ਹੋਵੇਗਾ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ 1956 ਦੇ ਵਿੱਚ। ਹਾਂਜੀ, ਭਾਸ਼ਾ ਜਿਹੜਾ ਵਿਭਾਗ ਹੈ ਤਾਂ ਇਸ ਦੀ ਸਥਾਪਨਾ ਕੀਤੀ ਗਈ ਸੀ 1956 ਦੇ ਵਿੱਚ। ਇਹ ਬਿਲਕੁਲ ਸਹੀ ਆਂਸਰ ਬਣੇਗਾ। ਇਸ ਤੋਂ ਇਲਾਵਾ ਆਪਣੇ ਨਵੇਂ ਪੰਜਾਬ ਦਾ ਜਿਹੜਾ ਗਠਨ ਹੈ ਉਹ ਕੀਤਾ ਗਿਆ ਸੀ 1 ਨਵੰਬਰ 1966 ਈਸਵੀ ਨੂੰ। ਐਂਡ ਜੇਕਰ ਆਪਾਂ ਗੱਲ ਕਰੀਏ ਜਿਹੜੀ ਪੈਪਸੂ ਸਟੇਟ ਸੀਗੀ ਤਾਂ ਉਸ ਨੂੰ ਮਰਜ ਕੀਤਾ ਗਿਆ ਸੀਗਾ ਆਪਣੇ ਪੰਜਾਬ ਦੇ ਵਿੱਚ 1 ਨਵੰਬਰ 1956 ਈਸਵੀ ਨੂੰ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਜਿਹੜਾ ਐਕਟ ਹੈ, ਦਫ਼ਤਰੀ ਐਕਟ ਹੈ, ਉਹ ਬਣਿਆ ਸੀ 1968 ਦੇ ਵਿੱਚ। ਨੈਕਸਟ, ਉਹ ਦਿਨ ਡੁੱਬਿਆ ਅਖਾਣ ਨੂੰ ਪੂਰਾ ਕਰੋ। ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਜਦੋਂ ਕੋੜੀ ਚੜ੍ਹਿਆ ਕੁੱਬਾ। ਉਹ ਦਿਨ ਡੁੱਬਿਆ ਜਦੋਂ ਕੋੜੀ ਚੜ੍ਹਿਆ ਕੁੱਬਾ, ਇਹ ਆਪਣੇ ਕੋਲ ਇੱਥੇ ਅਖਾਣ ਪੂਰਾ ਹੋ ਜਾਂਦਾ ਹੈ। ਇਹ ਬਿਲਕੁਲ ਸਹੀ ਆਂਸਰ ਹੋਵੇਗਾ। ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਟਕਸਾਲੀ। ਹਾਂਜੀ, ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਤਾਂ ਆਂਸਰ ਹੋ ਜਾਵੇਗਾ ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਮਿਆਰੀ ਭਾਸ਼ਾ। ਮਿਆਰੀ ਭਾਸ਼ਾ। ਐਂਡ ਇਸ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਕੇਂਦਰੀ ਭਾਸ਼ਾ। ਕੇਂਦਰੀ ਭਾਸ਼ਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਨੈਕਸਟ ਆਪਾਂ ਦੇਖ ਲੈਂਦੇ ਹਾਂ ਜੀ, ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਦੁਆਬੀ। ਹਾਂਜੀ, ਬਿਆਸ ਅਤੇ ਸਤਲੁਜ ਦਰਿਆ ਦਾ ਜਿਹੜਾ ਵਿਚਕਾਰਲਾ ਹਿੱਸਾ ਹੈ ਤਾਂ ਇੱਥੇ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ। ਦੁਆਬੀ ਜਿਹੜੀ ਉਪਭਾਸ਼ਾ ਹੈ ਇਹ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ। ਜੇਕਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਜਿਵੇਂ ਕਿ ਜਲੰਧਰ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਨਵਾਂਸ਼ਹਿਰ ਹੋ ਗਿਆ, ਇਸ ਤੋਂ ਇਲਾਵਾ ਲਾਸਟ ਆਪਣੇ ਕੋਲ ਹੈ ਕਪੂਰਥਲਾ। ਤਾਂ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ। ਮਾਝੀ ਵੀ 4 ਡਿਸਟ੍ਰਿਕਟ ਦੇ ਵਿੱਚ ਬੋਲੀ ਜਾਂਦੀ ਹੈ ਜਿਵੇਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਇਸ ਤੋਂ ਇਲਾਵਾ ਪਠਾਨਕੋਟ। ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮਾਝੀ ਉਪਭਾਸ਼ਾ ਹੈ ਇਹ ਬੋਲੀ ਜਾਂਦੀ ਹੈ। ਅੱਗੇ ਆਪਾਂ ਦੇਖ ਹੀ ਲੈਂਦੇ ਹਾਂ, ਸਤਲੁਜ ਅਤੇ ਘੱਗਰ ਦਰਿਆ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਆਂਸਰ ਹੋਵੇਗਾ ਮਲਵਈ। ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਮਾਝੀ, ਘੱਗਰ ਤੋਂ ਬਾਅਦ ਇਲਾਕੇ ਵਿੱਚ ਪੁਆਧੀ ਉਪਭਾਸ਼ਾ ਬੋਲੀ ਜਾਂਦੀ ਹੈ। ਤਾਂ ਹੁਣ ਆਪਾਂ ਨੈਕਸਟ ਦੇਖ ਲੈਂਦੇ ਹਾਂ ਜੀ, ਜੇਕਰ ਵੀਡੀਓ ਹੈਲਪਫੁਲ ਲੱਗ ਰਹੀ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਵੀ ਕਰ ਦਿਓ। ਉੱਲੂ ਸ਼ਬਦ ਦਾ ਜਿਹੜਾ ਇਸਤਰੀ ਲਿੰਗ ਹੈ ਉਹ ਕੀ ਹੋਵੇਗਾ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਬਤੌਰੀ। ਹਾਂਜੀ, ਉੱਲੂ ਜਿਹੜਾ ਸ਼ਬਦ ਹੈ ਇਸ ਦਾ ਇਸਤਰੀ ਲਿੰਗ ਕੀ ਹੁੰਦਾ ਹੈ? ਤਾਂ ਉੱਤਰ ਹੋ ਜਾਵੇਗਾ ਬਤੌਰੀ।
ਇਹ ਤੁਸੀਂ ਪਿਛਲੇ ਪੇਪਰ ਉਠਾ ਕੇ ਦੇਖ ਸਕਦੇ ਹੋ, ਉਹਨਾਂ ਵਿੱਚ ਇਹ ਪ੍ਰਸ਼ਨ ਬਹੁਤ ਹੀ ਵਾਰ ਰਿਪੀਟ ਹੋਇਆ ਹੈ। ਇਸ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ। ਘੱਟ ਦਾ ਹੋਰ ਕੀ ਅਰਥ ਹੋ ਸਕਦਾ ਹੈ? ਪੂਰਾ, ਭਰਿਆ, ਊਣਾ ਜਾਂ ਉਪਰੋਕਤ ਸਾਰੇ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਊਣਾ। ਹਾਂਜੀ, ਜਿਹੜਾ ਘੱਟ ਹੈ ਤਾਂ ਇਸ ਦਾ ਅਰਥ ਕੀ ਹੋ ਸਕਦਾ ਹੈ? ਊਣਾ। ਨੈਕਸਟ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਤੁੱਛ ਦਾ ਕੀ ਅਰਥ ਹੁੰਦਾ ਹੈ? ਤੁੱਛਿਆ, ਤੁੱਛਣਾ, ਅਦਨਾ ਜਾਂ ਕੋਝਾ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਅਦਨਾ। ਹਾਂਜੀ, ਤੁੱਛ ਦਾ ਅਰਥ ਕੀ ਹੁੰਦਾ ਹੈ? ਅਦਨਾ। ਸੀ ਬਿਲਕੁਲ ਸਹੀ ਆਂਸਰ ਬਣੇਗਾ। ਇਸ ਤੋਂ ਇਲਾਵਾ ਨੈਕਸਟ ਆਪਣਾ ਕੁਐਸਚਨ ਹੈਗਾ ਮਿਠਾਸ ਸ਼ਬਦ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹ ਕੀ ਹੋਵੇਗਾ? ਕੁੜੱਤਨ, ਇੱਥੇ ਆਪਣੇ ਕੋਲ ਸਪੈਲਿੰਗ ਮਿਸਟੇਕ ਹੈ। ਕੁੜੱਤਨ, ਕੌੜਾ, ਕੋਝਾ ਜਾਂ ਕੌਲੀ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਕੁੜੱਤਨ। ਹਾਂਜੀ, ਜਿਹੜਾ ਮਿਠਾਸ ਸ਼ਬਦ ਹੈ ਤਾਂ ਇਸ ਦਾ ਵਿਰੋਧੀ ਸ਼ਬਦ ਹੋਵੇਗਾ ਕੁੜੱਤਨ। ਇਹ ਬਿਲਕੁਲ ਸਹੀ ਆਂਸਰ ਹੋ ਜਾਵੇਗਾ। ਇਸ ਤੋਂ ਇਲਾਵਾ ਨੈਕਸਟ ਆਪਣਾ ਕੁਐਸਚਨ ਹੈਗਾ ਜਿਹੜੇ ਵਿਸਰਾਮ ਚਿੰਨ੍ਹ ਹਨ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 12, 11, 14 ਜਾਂ 13। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 13। ਹਾਂਜੀ, ਵਿਸਰਾਮ ਜਿਹੜੇ ਚਿੰਨ੍ਹ ਹਨ ਇਹ 13 ਪ੍ਰਕਾਰ ਦੇ ਹੁੰਦੇ ਹਨ। ਡੀ ਆਪਣੇ ਕੋਲ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਜਿਹੜੀ ਕਿਰਿਆ ਨਾਲ ਮੂਲ ਕਿਰਿਆ ਨਾ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸ ਨੂੰ ਕਿਹਾ ਜਾਂਦਾ ਹੈ ਸੰਸਰੰਗੀ ਕਿਰਿਆ। ਸੀ ਬਿਲਕੁਲ ਸਹੀ ਉੱਤਰ ਬਣੇਗਾ ਸੰਸਰੰਗੀ ਕਿਰਿਆ। ਜਿਹੜੀ ਕਿਰਿਆ ਨਾਲ ਮੂਲ ਕਿਰਿਆ ਨਾ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਸੰਸਰੰਗੀ ਕਿਰਿਆ। ਜਿਵੇਂ ਕਿ ਹੈ ਹੋ ਗਿਆ, ਸੀ ਹੋ ਗਿਆ, ਸਨ ਹੋ ਗਿਆ, ਇਹ ਆਪਣੇ ਕੋਲ ਸਾਰੀਆਂ ਹੀ ਸੰਸਰੰਗੀ ਕਿਰਿਆ ਹਨ। ਪੁਰਖਵਾਚਕ ਜਿਹੜੇ ਪੜਨਾਮ ਹਨ ਇਹਨਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ 3। ਹਾਂਜੀ, ਪੁਰਖਵਾਚਕ ਜਿਹੜਾ ਪੜਨਾਮ ਹੈ ਤਾਂ ਇਸ ਨੂੰ ਅੱਗੇ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਇੱਕ ਹੁੰਦਾ ਹੈ ਉੱਤਮ ਪੁਰਖ, ਗੱਲ ਕਰਨ ਵਾਲਾ। ਇੱਕ ਹੁੰਦਾ ਹੈ ਮੱਧਮ ਪੁਰਖ, ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਇੱਕ ਹੁੰਦਾ ਹੈ ਅਨਯ ਪੁਰਖ, ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਆਵੇਗਾ ਅਨਯ ਪੁਰਖ ਦੇ ਵਿੱਚ। ਰੂਪ ਦੇ ਆਧਾਰ 'ਤੇ ਜਿਹੜੇ ਸ਼ਬਦ ਹਨ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 2। ਹਾਂਜੀ, ਰੂਪ ਦੇ ਆਧਾਰ 'ਤੇ ਜਿਹੜੇ ਸ਼ਬਦ ਹਨ ਇਹ 2 ਪ੍ਰਕਾਰ ਦੇ ਹੁੰਦੇ ਹਨ। ਸ਼ਬਦਾਂ ਨਾਲ ਰਿਲੇਟਡ ਆਪਣੇ ਕੋਲ ਜਦੋਂ ਵੀ ਐਗਜ਼ਾਮ ਵਿੱਚ ਕੋਈ ਵੀ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾਵੇ, ਜਿਵੇਂ ਕਿ ਇੱਥੇ ਆ ਜਾਵੇ ਬਣਤਰ ਦੇ ਆਧਾਰ 'ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਜਾਂ ਰੂਪ ਦੇ ਆਧਾਰ 'ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਤਾਂ ਆਂਸਰ ਹਮੇਸ਼ਾ ਹੀ 2 ਹੋਵੇਗਾ। ਇਸ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ। ਕਿਹੜੇ ਕਿਹੜੇ ਹਨ ਰੂਪ ਦੇ ਆਧਾਰ 'ਤੇ? ਵਿਕਾਰੀ ਅਤੇ ਅਵਿਕਾਰੀ। ਇੱਥੇ ਆਪਣੇ ਕੋਲ ਅਵਿਕਾਰੀ ਆਵੇਗਾ, ਅਵਿਕਾਰੀ। ਹਾਂਜੀ, ਟਾਈਪ ਕਰਦੇ ਸਮੇਂ ਮਿਸਟੇਕ ਹੋ ਜਾਂਦੀ ਹੈ। ਨੈਕਸਟ ਆਪਾਂ ਦੇਖਦੇ ਹਾਂ ਜੀ ਵਰਖਾ ਸ਼ਬਦ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹ ਕੀ ਹੋਵੇਗਾ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਔੜ। ਹਾਂਜੀ, ਵਰਖਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਔੜ। ਸੀ ਬਿਲਕੁਲ ਸਹੀ ਉੱਤਰ ਬਣ ਜਾਵੇਗਾ। ਸ਼ੁੱਧ ਸ਼ਬਦ ਦੀ ਚੋਣ ਕਰੋ। ਇਹਨਾਂ ਵਿੱਚੋਂ ਆਪਾਂ ਸ਼ੁੱਧ ਸ਼ਬਦ ਨੂੰ ਚੁਣਨਾ ਹੈ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਪਰਮਾਤਮਾ। ਪਰਮਾਤਮਾ ਆਪਣੇ ਕੋਲ ਇਸ ਤਰ੍ਹਾਂ ਪਵੇਗਾ। ਬੀ ਆਪਣੇ ਕੋਲ ਬਿਲਕੁਲ ਸਹੀ ਆਂਸਰ ਰਹੇਗਾ। ਪੱਪੇ ਦੇ ਪੈਰ ਵਿੱਚ ਰਾਰਾ ਨਹੀਂ ਆ ਸਕਦਾ ਤਾਂ ਬੀ ਆਪਣੇ ਕੋਲ ਸਹੀ ਉੱਤਰ ਬਣ ਜਾਵੇਗਾ। ਕਿਹੜੀ ਲਿਪੀ ਨੂੰ 35 ਅੱਖਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਗੁਰਮੁਖੀ। ਹਾਂਜੀ, ਜਿਹੜੀ ਗੁਰਮੁਖੀ ਲਿਪੀ ਹੈ ਇਸ ਨੂੰ 35 ਅੱਖਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸੀ ਬਿਲਕੁਲ ਸਹੀ ਆਂਸਰ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜਿਹੜੀ ਗੁਰਮੁਖੀ ਲਿਪੀ ਹੈ ਤਾਂ ਇਸ ਨੂੰ ਇੱਕ ਨਵਾਂ ਰੂਪ ਕਿਸ ਨੇ ਦਿੱਤਾ ਸੀ, ਤਾਂ ਆਂਸਰ ਹੋ ਜਾਵੇਗਾ ਸਿੱਖਾਂ ਦੇ ਸੈਕਿੰਡ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ ਜਾਂ ਇਸ ਦਾ ਅੱਗੇ ਵਿਸਥਾਰ ਕੀਤਾ ਸੀ। ਇੱਕ ਅਨਾਰ 100 ਬਿਮਾਰ ਅਖਾਣ ਦਾ ਕੀ ਅਰਥ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਇਹ ਬਿਲਕੁਲ ਸਹੀ ਉੱਤਰ ਹੋਵੇਗਾ। ਚੀਜ਼ ਥੋੜ੍ਹੀ ਹੋਣੀ ਪਰ ਮੰਗ ਜ਼ਿਆਦਾ ਹੋਣੀ ਤਾਂ ਉਦੋਂ ਇਹ ਖਾਣ ਵਰਤਿਆ ਜਾਂਦਾ ਹੈ। ਇੱਕ ਅਨਾਰ 100 ਬਿਮਾਰ, ਇਹ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਕਹਿੰਦੇ ਮੁਕਤਾ ਲਗਾਉਣ ਵਾਲਾ ਕਿਹੜਾ ਸ਼ਬਦ ਸਹੀ ਹੈ? ਸੋ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਲਗਾਅ ਹਨ ਤਾਂ ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ, ਤਾਂ ਆਂਸਰ ਹੋ ਜਾਵੇਗਾ ਲਗਾਅ ਦੀ ਗਿਣਤੀ ਹੁੰਦੀ ਹੈ ਟੋਟਲ ਲਗਾਵਾਂ ਦੀ 10। ਜੇਕਰ ਲਗਾਖਰ ਪੁੱਛੇ ਜਾਣ ਤਾਂ ਆਂਸਰ ਹੋ ਜਾਵੇਗਾ ਲਗਾਖਰਾਂ ਦੀ ਗਿਣਤੀ ਹੁੰਦੀ ਹੈ 3। ਕਿਹੜੇ ਕਿਹੜੇ? ਇੱਕ ਆਪਣੇ ਕੋਲ ਟਿੱਪੀ ਹੋਵੇਗੀ, ਇੱਕ ਆਪਣੇ ਕੋਲ ਬਿੰਦੀ ਹੋਵੇਗੀ, ਇੱਕ ਆਪਣੇ ਕੋਲ ਅੱਧਕ ਹੋਵੇਗੀ। ਇਸ ਤੋਂ ਇਲਾਵਾ ਅੱਧਕ ਜਿਹੜਾ ਲਗਾਖਰ ਹੈ ਤਾਂ ਇਸ ਦੇ ਨਾਲ ਇੱਕ ਹੋਰ ਆਪਣੇ ਕੋਲ ਐਗਜ਼ਾਮ 'ਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਉਹ ਕਿਹੜਾ ਲਗਾਖਰ ਹੈ ਜਿਸ ਨੂੰ ਬੋਲਣ ਸਮੇਂ ਥੋੜ੍ਹਾ ਬਲ ਦੇਣਾ ਪੈਂਦਾ ਹੈ, ਤਾਂ ਆਂਸਰ ਹੋ ਜਾਵੇਗਾ ਅੱਧਕ। ਤਾਂ ਇੱਥੇ ਆਪਣੇ ਕੋਲ ਆਂਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਕਰਨ।
हाँ जी मुक्ता लगाने वाला किहड़ा शब्द सही है, तो आंसर हो जाएगा करण। इत्थे क्योंकि कोई भी अपने कोल जिहड़ा चिन्ह नहीं दिता होया, लगा वैसे अपने कोल मुक्ता है बट इत्थे अपने कोल कोई भी चिन्ह नहीं है, तो आंसर बनेगा ऑप्शन नंबर बी। इस तो इलावा एक अपने कोल होर एग्जाम च प्रश्न बन जाता है कि वो किहड़ी लगा है जिसका कोई भी चिन्ह नहीं हुंदा, तो आंसर हो जाएगा मुक्ता। नैक्सट देखते हैं जी, भाषा की छोटी तो छोटी इकाई किहड़ी है, पावंश, शब्द, वाक जां अखर। हाँ जी इसका अपने को सही आंसर होगा ऑप्शन नंबर ए यानी कि पावंश। हाँ जी भाषा की छोटी तो छोटी इकाई किहड़ी है, पावंश, जिसनों धुनी का नाम भी कहा जाता है। यह है भाषा की छोटी तो छोटी इकाई। इस तो इलावा भाषा की छोटी तो छोटी जेकर सार्थक इकाई पूछी जाए तो फिर आंसर बनेगा शब्द। भाषा की वड्डी तो वड्डी इकाई जेकर पूछी जाए तो आंसर हो जाएगा वाक। इस तो इलावा जिहड़ा वाक होंदा है वो शब्दों के सुमेल तो बनता है, जिहड़ा शब्द है वो अखरां के सुमेल तो बनता है। तो नैक्सट आप देखते हाँ जी, भाषा की वड्डी तो वड्डी इकाई नूं की नाम दिता जाता है। तो मैं तुहानूं पहला ही दस चुकिया हाँ, तो इसका अपने को आंसर बनेगा ऑप्शन नंबर सी यानी कि वाक। हाँ जी भाषा की वड्डी तो वड्डी इकाई नूं कहा जाता है वाक, सी बिल्कुल सही आंसर बन जाएगा। हाँ जी नैक्सट अपना क्वेश्चन है, सज्जर शब्द का जोड़ा विरोधी शब्द है वो की होगा, तोकड़, सजरी, सखना जां ऊना। तो इसका अपने को सही आंसर होगा ऑप्शन नंबर ए यानी कि तोकड़। हाँ जी सज्जर जोड़ा शब्द है इसका विरोधी शब्द होगा तोकड़, ए बिल्कुल सही आंसर होगा। इस तो इलावा जेकर ऊना का विरोधी शब्द पूछा जाए तो आंसर हो जाएगा परया, ऊना का परया। इस तो इलावा सखना का विरोधी शब्द होगा पराया, सखना का पराया। सो इन्हां सारिया गल्लां तुसीं ध्यान में रख सकते हो। इकरार शब्द का किहड़ा समानार्थक नहीं है। इकरार का मीनिंग होंदा है वादा, कौल का मीनिंग वादा होंदा, वचन का भी, प्रण का भी मीनिंग वादा होंदा है। तो लज्जा अपने को बिल्कुल सही आंसर होगा ऑप्शन नंबर डी लज्जा। ये इहदा समानार्थक नहीं है, बाकी सारे ही इकरार शब्द के समानार्थक शब्द हैं। कहते जदों बहुत देर मीह ना पवे तो उस दे लई किहड़ा शब्द वरत्या जाता है। सॉरी, तो इसका अपने को सही आंसर बनेगा ऑप्शन नंबर डी यानी कि ए ਅਤੇ सी दोनों। हाँ जी जो बहुत देर तक मीह ना पवे तो उस लिए किहड़ा शब्द वरत्या जाता है, तो आंसर हो जाएगा। तो उस स्थिति को सोका भी कहा जाता है एंड उसनों औड़ का नाम भी दिता जाता है। सो दोनों तुसीं ध्यान में रख सकते हो, सी डी अपने को बिल्कुल सही आंसर बनेगा। कहते सोने नूं परखण वाला पत्थर लई किहड़ा शब्द वरत्या जाता है, तो इसका अपने को सही उत्तर बनेगा ऑप्शन नंबर बी यानी कि कसौटी। हाँ जी सोने नूं परखण वाला पत्थर तो किहड़ा शब्द वरत्या जाता, आंसर हो जाएगा कसौटी, बी बिल्कुल सही उत्तर बनेगा। नैक्सट आप कुछ होर महत्वपूर्ण पॉइंट देख लेंगे। हाँ जी गुज्जे भेदां का पता लगाने वाला तो आंसर होगा सूईया। पति की दूजी विआही हुई पत्नी तो उसनूं कहते हैं सौंकण। जिहड़ी धरती रेतली होवे तो आंसर हो जाएगा मैरा। जिस दी औलाद ना होवे तो उत्तर होगा औंतरा। जिहड़ा किसी दी कीती अनेकी ना जाने तो उसका उत्तर होगा अकृतकरण। नैक्सट आप देखते हैं जी, हेठ लिखियां विचों किहड़ा अखर नवीन वर्ग दे विच आउंदा है, तो इसका अपने को सही आंसर होगा ऑप्शन नंबर डी यानी कि उपरोक्त सारे। हाँ जी ये सारे ही अखर नवीन वर्ग दे विच आउंदे हन। सस्से पैर बिंदी होगी, खक्के पैर बिंदी, गग्गे पैर बिंदी, ये सारे ही अखर नवीन वर्ग दे विच आउंदे हन। एंड जेकर आप गल करिए जिहड़े वर्ग हैं व्यंजना के, तो इन्होंने किन्ने विच वंडिया गया, तो आंसर हो जाएगा 8 वर्गों के विच वंडिया गया है। एंड इस दे विच नवीन वर्ग के विच टोटल 6 अपने को अखर आउंदे हन, बाकी सारे दे विच टोटल 5-5 अखर आउंदे हन। तो इत्थे अपने को आंसर बनेगा ऑप्शन नंबर डी। कक्के वर्ग के विच जिवें कि कक्का, खक्खा, गग्गा, कग्गा। चच्चा वर्ग चच्चा, छच्छा, जज्जा ते चच्चा। तत्ता वर्ग हो गया तत्ता, थत्था, दद्दा, तद्दा ते नन्ना। तो ये अपने को कुछ होर महत्वपूर्ण पॉइंट इन्होंने भी तुसीं ध्यान में रख सकते हो। हेठ लिखियां विचों किहड़ी धुनी तालवी धुनी नूं प्रगट करती है, सो आंसर बनेगा ऑप्शन नंबर ए यानी कि लल्ले पैर बिंदी। लल्ले पैर बिंदी ये जिहड़ी धुनी है तो इसकी खोज की सी पंजाबी यूनीवर्सिटी पटियाला ने। इस पॉइंट को तुसीं ध्यान में रख सकते हो। तो इस धुनी नूं तालवी धुनी का दर्जा दिता गया है। इत्थे अपने को आंसर बनेगा ऑप्शन नंबर ए। पंजाबी दे विच जिहड़ियां दीर्घ स्वर धुनियां की गिनती कितनी हुंदी है, एक होंदियां हन लघु स्वर धुनियां, एक होंदियां हन दीर्घ स्वर धुनियां। जिन्होंने बोलने में थोड़ा जिहा ज़्यादा समा लगता तो वह होणगियां दीर्घ स्वर धुनियां। तो इसका अपने को आंसर बनेगा ऑप्शन नंबर डी यानी कि 7। पंजाबी विच दीर्घ स्वर धुनियां की गिनती कितनी है, होवेगा आंसर 7।
ਨੈਕਸਟ ਆਪਾਂ ਦੇਖ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਧੁਨੀ ਸੁਰ ਯੰਤਰੀ ਹੈ। ਤਾਂ ਆਲਰੇਡੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ। ਤਾਂ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਹਾਹਾ। ਹਾਂਜੀ, ਜਿਹੜੀ ਹਾਹਾ ਧੁਨੀ ਹੈ ਇਸ ਨੂੰ ਇੱਕ ਸੁਰ ਯੰਤਰੀ ਧੁਨੀ ਦਾ ਦਰਜਾ ਦਿੱਤਾ ਗਿਆ ਹੈ। ਬੀ ਬਿਲਕੁਲ ਸਹੀ ਉੱਤਰ ਹੋ ਜਾਵੇਗਾ। ਹੇਠ ਲਿਖਿਆਂ ਵਿੱਚੋਂ ਕਿਹੜਾ ਲਗਾਖਰ ਨਾਸਕੀ ਧੁਨੀ ਨੂੰ ਅੰਕਿਤ ਕਰਦਾ ਹੈ? ਬਿੰਦੀ, ਟਿੱਪੀ, ਅੱਧਕ ਜਾਂ ਮੁਕਤਾ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਬਿੰਦੀ। ਹਾਂਜੀ, ਜਿਹੜਾ ਬਿੰਦੀ ਲਗਾਖਰ ਹੈ ਇਹ ਆਪਣੇ ਕੋਲ ਨਾਸਕੀ ਧੁਨੀ ਨੂੰ ਅੰਕਿਤ ਕਰਦਾ ਹੈ। ਨਾਸਕੀ ਧੁਨੀ ਜਾਂ ਅਨੁਨਾਸਕੀ ਧੁਨੀ ਉਹ ਹੁੰਦੀ ਹੈ ਜਿਸ ਨੂੰ ਬੋਲਣ ਸਮੇਂ ਆਪਣੀ ਜਿਹੜੀ ਆਵਾਜ਼ ਹੈ ਉਹ ਨੱਕ ਵਿੱਚੋਂ ਆਉਂਦੀ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਨਾਸਕੀ ਧੁਨੀ। ਜੇਕਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਜਿਵੇਂ ਕਿ ਨੰਨਾ ਹੋ ਗਈ, ਮੰਮਾ, ਨਾਣਾ, ਤਾਂ ਇਹ ਸਾਰੀਆਂ ਆਪਣੇ ਕੋਲ ਨਾਸਕੀ ਧੁਨੀਆਂ ਹਨ। ਇਸ ਤੋਂ ਇਲਾਵਾ ਜਿਹੜੀਆਂ ਨਾਸਕੀ ਧੁਨੀਆਂ ਹਨ ਤਾਂ ਉਹਨਾਂ ਦੀ ਟੋਟਲ ਗਿਣਤੀ ਹੈ 5। ਆਪਣੇ ਕੋਲ ਜ਼ਿਆਦਾ ਗਿਣਤੀ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਭਾਵਵਾਚਕ ਨਾਮ ਨੂੰ ਚੁਣੋ। ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਭਾਵਵਾਚਕ ਨਾਮ ਹੈ ਉਹ ਕਿਸ ਨੂੰ ਕਿਹਾ ਜਾਂਦਾ ਹੈ। ਭਾਵਵਾਚਕ ਨਾਮ ਉਹ ਹੁੰਦਾ ਹੈ ਜਿਸ ਨੂੰ ਆਪਾਂ ਕੇਵਲ ਮਹਿਸੂਸ ਕਰ ਸਕਦੇ ਹਾਂ। ਮਹਿਸੂਸ ਦਾ ਮੀਨਿੰਗ ਇਹ ਹੁੰਦਾ ਹੈ ਜਦੋਂ ਆਪਾਂ ਨੂੰ ਕੋਈ ਬਿਮਾਰੀ ਲੱਗਦੀ ਉਹਨੂੰ ਆਪਾਂ ਕੇਵਲ ਮਹਿਸੂਸ ਕਰ ਸਕਦੇ ਹਾਂ, ਉਸ ਨੂੰ ਆਪਾਂ ਦੇਖ ਨਹੀਂ ਸਕਦੇ, ਕੇਵਲ ਆਪਾਂ ਮਹਿਸੂਸ ਕਰ ਸਕਦੇ ਹਾਂ, ਨਾ ਵੀ ਆਪਾਂ ਛੂਹ ਸਕਦੇ। ਤਾਂ ਇੱਥੇ ਆਪਣੇ ਕੋਲ ਆਂਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਬਿਮਾਰ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਆਪਣਾ ਜਨਮ, ਤਾਂ ਜਨਮ ਨੂੰ ਆਪਾਂ ਡਾਇਰੈਕਟ ਦੇਖ ਨਹੀਂ ਸਕਦੇ, ਉਸ ਨੂੰ ਆਪਾਂ ਵੇਖ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਬਚਪਨ, ਆਪਣਾ ਬਚਪਨ ਹੌਲੀ ਹੌਲੀ ਬੀਤਦਾ ਹੈ ਤਾਂ ਉਸ ਨੂੰ ਆਪਾਂ ਦੇਖ ਨਹੀਂ ਸਕਦੇ, ਕੇਵਲ ਮਹਿਸੂਸ ਹੀ ਕਰ ਸਕਦੇ ਹਾਂ। ਇਮਾਨਦਾਰੀ ਹੋ ਗਈ, ਨੇਕੀ ਹੋ ਗਈ, ਬਦੀ ਹੋ ਗਈ, ਦੁੱਖ ਹੋ ਗਿਆ, ਨਫ਼ਰਤ ਹੋ ਗਈ, ਪਿਆਰ ਹੋ ਗਿਆ, ਇਹ ਸਾਰੇ ਹੀ ਆਪਣੇ ਕੋਲ ਭਾਵਵਾਚਕ ਨਾਮ ਹਨ। ਐਂਡ ਜਿਹੜਾ ਸੂਰਜ ਆਪਣੇ ਕੋਲ ਇਹ ਆਪਣੇ ਕੋਲ ਇੱਕ ਖਾਸ ਨਾਮ ਦੇ ਵਿੱਚ ਆਵੇਗਾ। ਖਾਸ ਨਾਮ ਉਹ ਹੁੰਦਾ ਹੈ ਜਿਸ ਦੀਆਂ ਅੱਗੇ ਕੋਈ ਜਾਤੀਆਂ ਨਾ ਹੋਣ ਤਾਂ ਉਹ ਆਵੇਗਾ ਖਾਸ ਨਾਮ ਦੇ ਵਿੱਚ। ਨੈਕਸਟ ਆਪਾਂ ਕੁਝ ਹੋਰ ਮਹੱਤਵਪੂਰਨ ਪੁਆਇੰਟ ਦੇਖਦੇ ਹਾਂ। ਵਸਤੂਵਾਚਕ ਨਾਮ ਜਿਵੇਂ ਕਿ ਪਾਣੀ ਹੋ ਗਈ, ਰੇਤ, ਲੋਹਾ, ਮਿੱਟੀ, ਜਿਹੜੀਆਂ ਆਪਾਂ ਚੀਜ਼ਾਂ ਨੂੰ ਤੋੜ ਸਕਦੇ ਹਾਂ ਜਾਂ ਮਿਣ ਸਕਦੇ ਹਾਂ ਤਾਂ ਉਹ ਵਸਤੂਵਾਚਕ ਨਾਮ ਦੇ ਵਿੱਚ ਆਉਂਦੀਆਂ ਨੇ। ਇਕੱਠਵਾਚਕ ਨਾਮ ਜਿਵੇਂ ਕਿ ਟੀਮ ਹੋ ਗਈ, ਜੱਥਾ, ਮੰਡਲ, ਕਮੇਟੀ ਜਾਂ ਕਲਾਸ, ਜਿੱਥੇ ਇਕੱਠ ਕੀਤਾ ਹੋਵੇ ਜਾਂ ਸੰਗਠਨ ਹੋ ਗਿਆ ਤਾਂ ਉਸ ਨੂੰ ਕਿਹਾ ਜਾਂਦਾ ਹੈ ਇਕੱਠਵਾਚਕ ਨਾਮ। ਜਾਤੀਵਾਚਕ ਨਾਮ ਤੁਹਾਨੂੰ ਹਰੇਕ ਵਿਦਿਆਰਥੀ ਨੂੰ ਪਤਾ ਹੁੰਦਾ ਹੈ। ਕਿਰਿਆ ਦੀ ਵੰਡ ਕਿੰਨੇ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 4। ਹਾਂਜੀ, ਜਿਹੜੀ ਕਿਰਿਆ ਦੀ ਵੰਡ ਹੈ ਇਹ 4 ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ। ਸੀ ਬਿਲਕੁਲ ਸਹੀ ਆਂਸਰ ਬਣੇਗਾ। ਵਿਸਮਕ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ? ਯਾਨੀ ਕਿ ਜਿਹੜੇ ਵਿਸਮਿਕ ਹੁੰਦੇ ਹਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 9। ਹਾਂਜੀ, ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ। ਡੀ ਬਿਲਕੁਲ ਸਹੀ ਉੱਤਰ ਬਣੇਗਾ। ਹੇਠ ਲਿਖਿਆਂ ਵਿੱਚੋਂ ਸੂਚਨਾਵਾਚਕ ਵਿਸਮਿਕ ਨੂੰ ਚੁਣੋ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਜਾਗਦੇ ਰਹੋ। ਜਾਗਦੇ ਰਹੋ ਤੁਹਾਨੂੰ ਪਤਾ ਹੈ ਇੱਕ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਆਂਸਰ ਹੋ ਜਾਵੇਗਾ ਸੂਚਨਾਵਾਚਕ ਵਿਸਮਿਕ ਜਿਹੜਾ ਇਹ ਕਿਹੜਾ ਹੈ ਜਾਗਦੇ ਰਹੋ। ਇਹ ਬਿਲਕੁਲ ਸਹੀ ਆਂਸਰ ਬਣੇਗਾ। ਜੇਕਰ ਐਗਜ਼ਾਮ 'ਚ ਤੁਹਾਡੇ ਕੋਲ ਇੱਦਾਂ ਦਾ ਆਂਸਰ ਨਾ ਬਣੇ ਤਾਂ ਤੁਸੀਂ ਬੋਲ ਕੇ ਦੇਖ ਸਕਦੇ ਹੋ, ਫਿਰ ਤੁਹਾਡਾ ਆਂਸਰ ਜ਼ਰੂਰ ਬਣ ਜਾਵੇਗਾ। ਨੈਕਸਟ ਆਪਾਂ ਦੇਖ ਲੈਂਦੇ ਹਾਂ ਜੀ ਮੀਂਹ ਪੈਣ ਪਿੱਛੋਂ ਸਖਤ ਗਰਮੀ ਹੋਣੀ ਅਤੇ ਹਵਾ ਦਾ ਬੰਦ ਹੋਣਾ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਤਾਂ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਹੁੱਸੜ। ਹਾਂਜੀ, ਮੀਂਹ ਪੈਣ ਪਿੱਛੋਂ ਸਖਤ ਗਰਮੀ ਹੋਣੀ ਅਤੇ ਹਵਾ ਦਾ ਬੰਦ ਹੋਣਾ, ਇੱਕਦਮ ਹਵਾ ਤੁਹਾਨੂੰ ਪਤਾ ਹੈ ਬੰਦ ਹੋ ਜਾਂਦੀ ਹੈ ਤਾਂ ਉਸ ਪ੍ਰਕਿਰਿਆ ਨੂੰ ਨਾਮ ਦਿੱਤਾ ਜਾਂਦਾ ਹੈ, ਉਸ ਸਥਿਤੀ ਨੂੰ ਨਾਮ ਦਿੱਤਾ ਜਾਂਦਾ ਹੈ ਹੁੱਸੜ ਜਾਂ ਹੁਮਸ ਵੀ ਕਿਹਾ ਜਾਂਦਾ ਹੈ। ਹੁਮਸ ਅਕਸਰ ਹੀ ਕਹਿ ਲੈਂਦੇ ਹਨ ਕਿ ਹੁੱਸੜ ਵੱਜ ਗਈ ਜਾਂ ਹੁਮਸ ਵੱਜ ਗਈ। ਨੈਕਸਟ ਆਪਾਂ ਦੇਖ ਲੈਂਦੇ ਹਾਂ ਜੀ ਦਰਿਆ ਵਿੱਚ ਸੁੱਕੀ ਥਾਂ ਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਹਾਂਜੀ, ਦਰਿਆ ਦੇ ਵਿੱਚ ਜਿਹੜੀ ਸੁੱਕੀ ਜਗ੍ਹਾ ਹੁੰਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਬਰੇਤਾ। ਸੀ ਬਿਲਕੁਲ ਸਹੀ ਆਂਸਰ ਹੋਵੇਗਾ ਬਰੇਤਾ। ਨੈਕਸਟ ਆਪਾਂ ਕੁਝ ਹੋਰ ਦੇਖਦੇ ਹਾਂ। ਟਿਕਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਤਾਂ ਟਿਕਾ ਸ਼ਬਦ ਦਾ ਵਿਰੋਧੀ ਸ਼ਬਦ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਉਪਰੋਕਤ ਦੋਨੋਂ। ਟਿਕਾ ਦਾ ਮੀਨਿੰਗ ਹੁੰਦਾ ਇੱਕ ਜਗ੍ਹਾ 'ਤੇ ਟਿਕਾ ਕਰਕੇ ਬੈਠਣਾ। ਅੰਚਵੀ ਦਾ ਮਤਲਬ ਹੁੰਦਾ ਹੈ ਕਿ ਟਿਕਾਣਾ ਆਉਣਾ, ਤਾਂ ਇੱਥੇ ਆਪਣੇ ਕੋਲ ਆਂਸਰ ਹੋਵੇਗਾ ਅੰਚਵੀ ਅਤੇ ਫਿਰਤ। ਇਹ ਦੋਨੋਂ ਹੀ ਆਪਣੇ ਕੋਲ ਆਂਸਰ ਬਣਨਗੇ ਆਪਸ਼ਨ ਨੰਬਰ ਸੀ। ਨੈਕਸਟ ਅੱਕੀ ਪਲਾਹੀ ਹੱਥ ਮਾਰਨੇ ਮੁਹਾਵਰੇ ਦਾ ਕੀ ਅਰਥ ਹੁੰਦਾ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਆਸਰੇ ਪਾਲਦੇ ਫਿਰਨਾ। ਹਾਂਜੀ, ਆਸਰੇ ਪਾਲਦੇ ਫਿਰਨਾ ਜਿਹੜਾ ਮੁਹਾਵਰਾ ਹੈ ਤਾਂ ਇਸ ਦੇ ਲਈ ਵਰਤਿਆ ਜਾਂਦਾ ਹੈ। ਅੱਕੀ ਪਲਾਹੀ ਹੱਥ ਮਾਰਨੇ ਮੁਹਾਵਰੇ ਦਾ ਮੀਨਿੰਗ ਹੁੰਦਾ ਹੈ ਆਸਰੇ ਪਾਲਦੇ ਫਿਰਨਾ। ਬੀ ਬਿਲਕੁਲ ਸਹੀ ਆਂਸਰ ਬਣੇਗਾ। ਕਾਲ ਦੀਆਂ ਕੁੱਲ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਸੋ ਇਸ ਵੀਡੀਓ ਦਾ ਸਭ ਤੋਂ ਸਿੰਪਲ ਤੁਸੀਂ ਪ੍ਰਸ਼ਨ ਕਹਿ ਸਕਦੇ ਹੋ ਤਾਂ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ 3। ਹਾਂਜੀ, ਕਾਲ ਦੀਆਂ ਟੋਟਲ 3 ਕਿਸਮਾਂ ਹੁੰਦੀਆਂ ਹਨ, ਵਰਤਮਾਨ ਕਾਲ, ਭੂਤ ਕਾਲ ਅਤੇ ਭਵਿੱਖਤ ਕਾਲ। ਬੀ ਬਿਲਕੁਲ ਸਹੀ ਆਂਸਰ ਬਣ ਜਾਵੇਗਾ।
ਸ਼ਬਦਾਂ ਦੇ ਬੁਨਿਆਦੀ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਤਾਤੂ। ਹਾਂਜੀ, ਸ਼ਬਦਾਂ ਦੇ ਜਿਹੜਾ ਬੁਨਿਆਦੀ ਹਿੱਸਾ ਹੁੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਤਾਤੂ। ਸੀ ਬਿਲਕੁਲ ਸਹੀ ਆਂਸਰ ਬਣੇਗਾ। ਢੋਲਕ ਸ਼ਬਦ ਦਾ ਵਿਸ਼ੇਸ਼ਣ ਕੀ ਹੈ? ਟੋਲੀਆ, ਟੋਲੀ, ਢੋਲ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ। ਨੈਕਸਟ ਆਪਾਂ ਦੇਖਦੇ ਹਾਂ ਜੀ, ਸੱਸੇ ਤੋਂ ਲੈ ਕੇ ੜਾੜੇ ਤੱਕ ਸਾਰੇ ਅੱਖਰਾਂ ਨੂੰ ਨਾਮ ਦਿੱਤਾ ਜਾਂਦਾ ਹੈ। ਸਵਰ, ਵਿਅੰਜਨ, ਉਪਰੋਕਤ ਦੋਨੋਂ ਜਾਂ ਲਿਪੀ। ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਉਪਰੋਕਤ ਦੋਨੋਂ। ਹਾਂਜੀ, ਸੱਸੇ ਤੋਂ ਲੈ ਕੇ ੜਾੜੇ ਤੱਕ ਜਿੰਨੇ ਵੀ ਆਪਣੇ ਕੋਲ ਅੱਖਰ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਬੀ ਆਪਣੇ ਕੋਲ ਆਂਸਰ ਬਣੇਗਾ ਵਿਅੰਜਨ। ਵਿਅੰਜਨ ਉਹਨਾਂ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਸਵਰਾਂ ਦੀ ਗਿਣਤੀ ਟੋਟਲ ਕਿੰਨੀ ਹੈ? 3। ਕਿਹੜੇ ਕਿਹੜੇ ਹਨ? ਇੱਕ ਆਪਣੇ ਕੋਲ ਊੜਾ ਹੋ ਗਿਆ, ਨੈਕਸਟ ਆਪਣੇ ਕੋਲ ਆੜਾ ਐਂਡ ਥਰਡ ਆਪਣੇ ਕੋਲ ਹੈ ਈੜੀ। ਐਂਡ ਸੱਸੇ ਤੋਂ ਲੈ ਕੇ ੜਾੜੇ ਤੱਕ ਜਿੰਨੇ ਵੀ ਆਪਣੇ ਕੋਲ ਅੱਖਰ ਹਨ ਤਾਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਕੈਟਾਗਰੀ ਵਿਅੰਜਨ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਵਚਨ ਨਹੀਂ ਹੈ? ਪੈਣਾ, ਕਾਂ, ਮਿਰਚ ਜਾਂ ਜਾਤ। ਸੋ ਇਸ ਪ੍ਰਸ਼ਨ ਦੇ ਵਿੱਚ ਥੋੜ੍ਹੀ ਜਿਹੀ ਮਿਸਟੇਕ ਹੈ, ਇਸ ਨੂੰ ਤੁਸੀਂ ਇੱਥੇ ਹੀ ਛੱਡ ਦੇਣਾ ਹੈ। ਵਰਤਮਾਨ ਸਮੇਂ ਵਿੱਚ ਕਿਹੜੀ ਉਪ ਬੋਲੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਆਂਸਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਮੁਲਤਾਨੀ। ਹਾਂਜੀ, ਜਿਹੜੀ ਮੁਲਤਾਨੀ ਉਪ ਭਾਸ਼ਾ ਹੈ ਇਹ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪ ਭਾਸ਼ਾ ਕਿਹੜੀ ਹੈ? ਤਾਂ ਆਂਸਰ ਹੋ ਜਾਵੇਗਾ ਮੁਲਤਾਨੀ ਉਪ ਭਾਸ਼ਾ। ਤਾਂ ਇਹ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ। ਇੱਥੇ ਆਪਣੇ ਕੋਲ ਇਹ ਬਿਲਕੁਲ ਸਹੀ ਆਂਸਰ ਬਣੇਗਾ। ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਸੋ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁਲ ਲੱਗੀ ਹੋਵੇਗੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਜ਼ਰੂਰ ਕਰਕੇ ਜਾਣਾ ਹੈ। ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਤੁਸੀਂ ਸਬਸਕ੍ਰਾਈਬ ਕਰ ਲੈਣਾ ਹੈ ਅਤੇ ਨਾਲ ਹੀ ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ ਬਟਨ 'ਤੇ ਵੀ ਜ਼ਰੂਰ ਕਲਿੱਕ ਕਰ ਲੈਣਾ ਹੈ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਇਸ ਤੋਂ ਇਲਾਵਾ ਹਰੇਕ ਵਿਦਿਆਰਥੀ ਨੇ ਆਪਣੇ ਆਪਣੇ ਮਾਰਕਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਂਸ਼ਨ ਕਰਨੇ ਹਨ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੀ ਸਟੱਡੀ ਕਿੱਦਾਂ ਦੀ ਚੱਲ ਰਹੀ ਹੈ। ਤਾਂ ਹੁਣ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।